ਉਹ ਗੱਲ ਇਹ ਕਰਨ ਡਿਆ ਸਾਂ ਕਿ ਡੇਰੇਦਾਰੀ ਸਾਡੇ ਜੱਟਾਂ ਦਾ ਸ਼ੁਰੂ ਤੋਂ ਹੀ ਜੱਟ ਜ਼ਿਮੀਂਦਾਰ ਪਿੰਡ ਦੇ ਜਿਹੜਾ ਵੀ ਕੋਈ ਬੰਦਾ ਜਿਹੜੀ ਵੀ ਬਰਾਦਰੀ ਹੈ ਡੇਰੇਦਾਰੀਆਂ ਚੱਲਦੀਆਂ ਹੁੰਦੀਆਂ ਹਨ। ਤਾਂ ਡੇਰੇਦਾਰੀ ਦਾ ਮਕਸਦ ਕੀ ਹੁੰਦਾ ਸੀ ਕਿ ਕਿਸੇ ਆਏ ਗਏ ਦੀ ਖਿਦਮਤ ਸੇਵਾ ਜਿਸ ਸੂਰਤ 'ਚ ਵੀ ਕਰ ਸਕਦੇ ਹੋ ਤੁਸੀਂ। ਉਹ ਹੁਕਮ ਪਾਣੀ ਪਿਆ ਹੋਣਾ ਉਹਨੇ ਨਾ ਹੁਕਮ ਉਹਦੀ ਪਰੇ ਹੁੰਦੀ ਹੈ ਇੱਧਰ ਵੀ ਲਿਆ। ਅੱਛਾ ਉਸ ਤੋਂ ਬਾਅਦ ਜਿੰਨੇ ਜੋਗਾ ਹੁੰਦਾ ਸੀ ਉਹਦੇ ਕੋਲ ਕੋਈ ਚੌਧਰੀ ਕੋ ਡੇਰੇਦਾਰ ਕੋ ਪਰੇ ਆ ਗਈ ਹੈ ਕੋਈ ਫੈਸਲਾ ਆ ਗਿਆ ਹੈ ਤੇ ਉਹਨੇ ਹੱਕ ਤੇ ਸੱਚ ਤੇ ਮਬਨੀ ਫੈਸਲਾ ਕਰਨਾ ਹੁੰਦਾ ਹੈ। ਤੇ ਡਾਢੇ ਕੋਲ ਮਾੜੇ ਦਾ ਜਾਣ ਦਾ ਮਕਸਦ ਇਹ ਹੁੰਦਾ ਹੈ ਕਿ ਮੇਰਾ ਤੇ ਫਲਾਮ ਬੰਦੇ ਦਾ ਵਿਗਾੜ ਹੈ ਜੀ ਹਿਸਾਬ ਹੈ ਜਾਂ ਕੋਈ ਇਖਤਲਾਫ ਹੈ ਤੇ ਸਾਡੇ ਕੋਲ ਨਹੀਂ ਆਪਸ ਚ ਮੁੱਕਦੀ ਪਈ ਤੇ ਚਲੋ ਫਲਾਣੇ ਡੇਰੇਦਾਰ ਕੋ ਚੱਲਨੇ ਆ ਯਾਰ ਸਿਆਣਾ ਬੰਦਾ ਮੁਨਸਫ ਹੈ ਵੱਡਾ ਬੰਦਾ ਹੈ ਤੇ ਉਹ ਸਾਡਾ ਕੋਈ ਹੱਲ ਹੈ ਹੀ ਮਕਸਦ ਸੀ ਨਾ ਡੇਰੇਦਾਰੀਆਂ ਦਾ। ਲੇਕਿਨ ਉਹ ਸਾਡਾ ਉਹ ਜਿਹੜਾ ਪਿਛਲਾ ਮਕਸਦ ਸੀ ਉਹ ਸਾਰਾ ਖਤਮ ਹੋ ਗਿਆ। ਹੁਣ ਦੀਆਂ ਡੇਰੇਦਾਰੀਆਂ ਹੁਣ ਦੇ ਜਿਹੜੇ ਮੁਨਸਫ ਨੇ ਮੈਂ ਚਾਹੁੰਦਾ ਵਾਂ ਕਿ ਉਹਨਾਂ ਮੁਨਸਫਾਂ ਦੇ ਬਾਰੇ ਇੱਕ ਬੜਾ ਮੁਨਸਫ ਮੇਰੇ ਦਿਲ ਦੇ ਵਿੱਚ ਘੁੰਮਦਾ ਫਿਰਦਾ। ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ ਮਤਲਬ ਤੇ ਇਸਲਾਹ ਹੈ ਨਾ ਜੀ। ਅੱਜ ਦੀ ਜਿਹੜੀ ਮੁਨਸਫੀ ਹੈ ਭਾਈ ਜ਼ਿਆਵਲਾ ਉਹ ਇਸ ਤਰ੍ਹਾਂ ਦੀ ਵੀ ਚੱਲਦੀ ਏ। ਤੁਹਾਡੇ ਸੰਗਲੇ ਹਿਲਦਾ ਮੈਨੂੰ ਪਤਾ ਨਹੀਂ ਉੱਥੇ ਕਿਵੇਂ ਦੇ ਮੁਨਸਫ ਨੇ। ਇੱਥੋਂ ਦੇ ਜਿਹੜੇ ਕੋਈ ਨੇੜੇ ਨੇੜੇ ਤੇ ਡਾਡੇ ਮੁਨਸਫ ਨੇ। ਅੱਛਾ ਕਿਸੇ ਬੰਦੇ ਦਾ ਕੋਈ ਲੈਣ ਦੇਣ ਸੀ ਕਿਸੇ ਦੂਸਰੇ ਬੰਦੇ ਨਾਲ ਤੇ ਉਹ ਆਪਸ ਚ ਉਹਨਾਂ ਦਾ ਲੈਣ ਦੇਣ ਕਲੀਅਰ ਨਹੀਂ ਪਿਆ ਹੁੰਦਾ। ਕੋਈ 60-70 ਲੱਖ ਦਾ ਨਾ ਲੈਣ ਦੇਣ ਉਹ ਜਿਹਨੇ ਲੈਣੇ ਸਨ ਆਂਦੇ ਹਨ ਉਹਦਾ ਮੇਰੇ ਪੈਸੇ ਦੇਵਾਂਦਾ ਸੀ ਮੈਂ ਦੇ ਛੜੇ ਨੇ। ਇਸ ਗੱਲ ਦਾ ਨਾ ਫੈਸਲਾ ਸੀ ਉਹ ਦੂੰ ਚੌਂ ਪਰਿਆਂ ਚ ਫਿਰ ਕੇ ਤੇ ਉਹ ਕਿਸੇ ਵੱਡੇ ਸਾਰੇ ਨਾਂ ਵਾਲੇ ਚੌਧਰੀ ਦੇ ਕੋਲ ਟੁਰ ਜਾਂਦਾ ਫੈਸਲਾ ਜੀ। ਸਾਡਾ ਉਹ ਫੈਸਲਾ ਡੇਰੇਦਾਰ ਕੋਲ ਨਾਂ ਨਾਲ ਚੌਧਰੀ ਵੀ ਲਾਉਂਦਾ ਬੜਾ ਵੱਡਾ ਸਾਰਾ ਬੰਦਾ ਫੈਸਲਾ ਹੋ ਗਿਆ ਜੀ। ਫੈਸਲੇ ਵਾਲੇ ਨੇ ਕੀ ਕੀਤਾ ਉਸ ਚੌਧਰੀ ਨੇ ਉਸ ਡੇਰੇਦਾਰ ਨੇ ਕਿ ਦੋਵਾਂ ਪਾਸਿਓਂ ਸਾਲਸੀ ਸਟਾਮ ਲੈ ਲੈਣੇ। ਇਹ ਵੀ ਹੁਣ ਇੱਕ ਮੁਨਸਫ ਦੀ ਨਾ ਮਜਬੂਰੀ ਬਣ ਗਈ ਹੈ। ਕਦੀ ਲੋਕ ਗੱਲ ਤੇ ਖਲੋਂਦੇ ਹੁੰਦੇ ਹਨ ਹੁਣ ਲੋਕ ਗੱਲ ਤੇ ਨਹੀਂ ਖਲੋਂਦੇ। ਸਾਲਸੀ ਸਟਾਮ ਬੜਾ ਜ਼ਰੂਰੀ ਹੁੰਦਾ। ਉਹ ਸਾਲਸੀ ਸਟਾਮ ਦੋਵਾਂ ਪਾਰਟੀਆਂ ਦਿੱਤਾ ਕਿ ਤੀਸਰਾ ਬੰਦਾ ਜਿਹੜਾ ਫੈਸਲਾ ਕਰੇਗਾ ਨਾ ਜੀ ਕਬੂਲ ਉਹ ਸਾਨੂੰ ਕਬੂਲ ਹੈ। ਅੱਛਾ ਉਹਦੇ ਵਿੱਚ ਥੋੜਾ ਪੁੱਤਰਾ ਹੀ ਨਾ ਸਾਰਿਆਂ ਨੂੰ ਭਰਾਵਾਂ ਨੂੰ ਮਿਲਾਇਆ ਮੇਰੇ ਚਾਚਿਆਂ ਨੂੰ ਵੀ ਵੱਡਿਆਂ ਛੋਟਿਆਂ ਸਾਰਿਆਂ ਨੂੰ ਥੋੜੇ ਪਿੱਛੇ ਕਰਕੇ ਕੁਰਸੀ ਕਰ ਲਓ ਨਾ। ਇੱਥੋਂ ਕੱਟ ਵੱਢ ਲੈ ਮੈਂ ਤੁਹਾਨੂੰ ਕੱਟ ਦੇਣਾ। ਅੱਛਾ ਵੀ ਸਾਰੇ ਆਉਣਗੇ ਨਾ ਦਰਾ ਅੱਛਾ ਉਹ ਮੁਨਸਫ ਨੇ ਸਾਲਸੀ ਸਟਾਮ ਲੈ ਲੈਣੇ ਚੌਧਰੀ ਨੇ ਦੋਨਾਂ ਸਾਈਡਾਂ ਤੋਂ ਤੇ ਉਹ ਪਰੇ ਆ ਰਹੀ ਹੈ ਜੀ। ਇੱਕ ਦਿਨ ਪਰੇ ਆਈਏ ਫਿਰ ਦੂਸਰੇ ਦਿਨ ਫਿਰ 10 ਦਿਨ ਬਾਅਦ ਪਰੇ ਆਈਏ। ਹੁਣ 60 ਲੱਖ ਰੁਪਈਆ ਹੈ। ਉਹ ਜਿਹੜਾ ਮੁਨਸਫ ਨਾ ਚੌਧਰੀ ਉਹ ਜਿੰਨੇ ਪੈਸੇ ਲੈਣੇ ਸਨ ਨਾ ਉਹਨੂੰ ਫੋਨ ਕਰਦਾ ਹੈ ਕਿ ਬੇਟਾ ਕੀ ਹਾਲ ਹੈ। ਉਹਨੇ ਆਖਿਆ ਜੀ ਚੰਗਾ ਹਾਲ ਹੈ। ਕਿੱਥੇ ਹੋਣਾ ਜੀ ਮੈਂ ਘਰ ਹੀ। ਬੇਟਾ ਰੁਪਈਆ ਤੇ ਕੋਈ 2 ਲੱਖ ਲੈ ਕੇ ਆਓ ਜਰਾ ਐਮਰਜੈਂਸੀ ਬਣ ਗਈ ਹੈ। ਹੁਣ ਉਹਨੇ 60 ਲੱਖ ਦੀ ਪਰੇ ਉਹਦੇ ਤੇ ਪਾਈ ਹੈ 70 ਲੱਖ ਦੀ। ਉਹਨੇ 2 ਲੱਖ ਲਿਆਉਣਾ ਸੀ ਉਹਦੀ ਮਜਬੂਰੀ ਸੀ ਭਾਵੇਂ ਫੜ ਕੇ ਲਿਆਉਂਦਾ ਕਰੋ। ਉਹ ਲਿਆ ਕੇ ਉਹਨੇ ਮੁਨਸਫ ਨੂੰ ਦਿੱਤਾ। ਉਹਨੇ ਇਕੱਲਾ ਹੋਈ ਫਿਰ ਫੋਨ ਕੀਤਾ ਬੇਟਾ ਜਰਾ ਆਪਣਾ ਲਾਹੌਰ ਜਾਣਾ ਤੇ ਗੱਡੀ ਤੇ ਲੈ ਕੇ ਆਓ। ਗੱਡੀ ਵੀ ਉਹਨੇ ਲਿਆਂਦੀ। ਪਰੇ ਚੱਲਦੀ ਰਹੀ ਹੈ 2 ਦਿਨ ਜਾਂ 2 ਮਹੀਨੇ 2 ਮਹੀਨੇ ਉਹ ਪਰੇ ਚੱਲੀਏ। ਮੁਨਸਫ ਦੇ ਕੀ ਫੈਸਲਾ ਕੀਤਾ ਹੈ ਕਿ 25 ਲੱਖ ਰੁਪਈਆ ਜਿਹੜਾ ਨਾ ਜੀ ਉਹ ਇਸ ਬੰਦੇ ਨੂੰ ਦੇ ਦਿਓ ਜਿਹਦਾ 70 ਲੱਖ ਰੁਪਈਆ। ਸਾਰੇ ਗਵਾਹ ਸ਼ਵਾ ਗੱਲਾਂ ਬਾਤਾਂ ਉਧਰ ਉਧਰ ਹੀ ਸੁਣ ਕੇ ਤੇ ਮੁਨਸਫੀ ਕੀ ਹੋਈ ਹੈ ਕਿ 25 ਲੱਖ ਰੁਪਈਆ ਇਸ ਪਾਰਟੀ ਨੂੰ ਦੇ ਦਿਓ। ਤੇ 25 ਲੱਖ ਜਿਹਨੂੰ ਦਿੱਤਾ ਜਿਹਦਾ 70 ਲੱਖ ਸੀ ਉਹਦੇ ਕੋਲੋਂ ਉਸ ਮੁਨਸਫੀ ਦੇ ਦੌਰਾਨ 7 ਲੱਖ ਰੁਪਈਆ ਜਿਹੜਾ ਨਾ ਜੀ ਲਿਆ ਗਿਆ ਉਹ ਵਸੂਲ ਕਰ ਲਿਆ ਪਹਿਲਾਂ ਹੀ ਲੱਖ ਕਰਕੇ 2 ਲੱਖ ਕਰਕੇ 25 ਲੱਖ ਚੋਂ 7 ਲੱਖ ਕੱਢੀਏ ਬਕਾਇਆ ਕਿੰਨੇ ਬਚ ਗਿਆ 18 ਲੱਖ ਰੁਪਈਆ। 18 ਲੱਖ ਰੁਪਈਆ ਜੀ ਉਹਨੂੰ ਵਸੂਲ ਹੋਇਆ। ਤੇ ਜਿੰਨੇ ਲੈਣੇ ਸਨ ਅਗਰ ਉਹਦੇ ਕੋਲੋਂ 7 ਲੱਖ ਲਿਆ ਤੇ ਜਿਹਨੂੰ 50 ਲੱਖ 70 ਲੱਖ ਦੇ ਵਿੱਚੋਂ ਕੱਟ ਵੱਢ ਕੀਤੀ ਹੈ ਅਗਰ ਉਹਦੇ ਕੋਲ ਵੀ ਤਾਂ ਕੋਈ ਖਿਦਮਤ ਕਰਵਾਈ ਹੋਣੀ ਹੈ ਕਿ ਨਹੀਂ। ਤੇ ਚੌਧਰੀ ਦਾ ਚੌਧਰੀ ਮੁਨਸਫ ਦਾ ਮੁਨਸਫ। ਅੱਜ ਕੱਲ ਦੀ ਮੁਨਸਫੀ ਜਿਹੜੀ ਹੈ ਜਦੋਂ ਹੱਕ ਤੇ ਸੱਚ ਤੇ ਮਬਨੀ ਫੈਸਲੇ ਭਾਈ ਜ਼ਿਆਵਲਾ ਨਹੀਂ ਹੋਣੇ ਕਿਵੇਂ ਤੁਸੀਂ ਮੁਆਸ਼ਰੇ ਦੀ ਸਲਾਹ ਉਦੋਂ ਹੁੰਦੀ ਹੈ ਜਦੋਂ ਅਸੂਲਾਂ ਦੇ ਮਬਨੀ ਫੈਸਲੇ ਕਰੀਏ ਜਦੋਂ ਮਾੜੇ ਦਾ ਸਾਥ ਦਈਏ ਜਦੋਂ ਹੱਕ ਤੇ ਸੱਚ ਦਾ। ਮੁਨਸਫ ਤੇ ਉਹ ਬੰਦਾ ਹੁੰਦਾ ਮੁਨਸਫ ਤੇ ਅੱਲਾ ਦਾ ਜਿੰਨਾ ਸ਼ੁਕਰ ਅਦਾ ਕਰੇ ਉਹਨਾਂ ਘਾਟੇ। ਮੁਨਸਫ ਤੇ ਕਰਮਾਂ ਵਾਲਾ ਬੰਦਾ ਹੁੰਦਾ ਬਾਜਵਾ ਸਾਹਿਬ। ਜਿਹਨੂੰ ਕੋ ਸਾਲਸ ਚੁਣਦਾ ਤੇ ਸਾਲਕ ਯਾਰ ਮਤਲਬ ਤੇਰੇ ਤੇ ਬੰਦੇ ਤੇ ਇਸ ਬੰਦੇ ਤੇ ਸਾਡਾ ਯਕੀਨ ਖਲੋਂਦਾ ਹੈ ਕਿ ਤੂੰ ਯਾਰ ਸਾਡਾ ਫੈਸਲਾ ਕਰਦੇ ਸਾਡੇ ਕੋਲ ਨਹੀਂ ਵੀ ਮੁੱਕਦੀ ਪਰੇ ਲਿਆਦਾ ਤੂੰ ਸਾਡਾ ਫੈਸਲਾ ਕਰਕੇ ਤੂੰ ਤੇ ਉਹ ਬੰਦਾ ਵੀ ਅਗਰ ਆਪਣੇ ਲਾਲਚ ਤੇ ਮਬਨੀ ਫੈਸਲੇ ਕਰਦਾ ਤੇ ਆਪਣੇ ਨਾਂ ਨਾਲ ਵੱਡਾ ਵੀ ਲਿਖਦਾ ਡੇਰੇਦਾਰ ਵੀ ਲਿਖਦਾ ਚੌਧਰੀ ਵੀ ਲਿਖਦਾ ਤੇ ਫਿਰ ਮੈਂ ਨਾ ਪੈਸੇ ਦੀ ਤੇ ਵੈਲਿਊ ਇੱਕ ਜਿਹੜੇ ਜਿਨ੍ਹਾਂ ਨੂੰ ਅਸੀਂ ਉਰਫੇ ਆਮ ਚ ਕੰਜਰ ਆਨੇ ਆ ਉਹਨਾਂ ਦਾ ਤੇ ਇੱਜ਼ਤਦਾਰ ਬੰਦੇ ਦਾ ਫਰਕ ਕੀ ਹੁੰਦਾ
ਉਹ ਜਦੋਂ ਵੀ ਜਿਹੜਾ ਵੀ ਗਿਆ ਉਹਨਾਂ ਵੀ ਕਦੀ ਰੰਗ ਨਹੀਂ ਵੇਖਿਆ, ਸ਼ਕਲ ਨਹੀਂ ਵੇਖੀ, ਅਕਲ ਨਹੀਂ ਵੇਖੀ, ਉਹਨਾਂ ਪੈਸਿਆਂ ਦੀ ਗੱਲ ਕੀਤੀ ਹੈ। ਤੇ ਜਦੋਂ ਅਸੀਂ ਆਨੇ ਆ ਯਾਰ ਇਸ ਬੰਦੇ 'ਚ ਤੇ ਬੰਦਿਆਂ ਵਾਲੀ ਗੱਲ ਹੀ ਕੋਈ ਨਹੀਂ, ਇਹਨਾਂ ਨੂੰ ਤੇ ਮੇਰਾ ਬੰਦਾ ਇੱਕ ਬੰਦੇ ਵਾਲੀ ਲਾਗ ਨਹੀਂ ਲੱਗੇ ਤੇ ਕੰਜਰ ਨੇ ਇਹਨਾਂ ਨੂੰ ਪੈਸਾ ਚਾਹੀਦਾ। ਹਾਂ ਬਿਲਕੁਲ। ਤੇ ਜਦੋਂ ਮੁਨਸਫੀ ਅਸਾਂ ਪੈਸੇ ਲੈ ਕੇ ਕਰਨੀ ਹੈ ਤੇ ਫਿਰ ਇਹਨਾਂ 'ਚ ਤੇ ਉਹਨਾਂ 'ਚ ਕੀ ਫਰਕ ਹੈ? ਕੋਈ ਫਰਕ। ਬੜੀ ਵਧੀਆ। ਕੀ ਖਿਆਲ ਹੈ? ਤੇ ਮੇਰੀ ਇੱਕ ਰਿਕੁਐਸਟ ਹੈ, ਜਿੱਥੇ ਤੱਕ ਵੀ ਜਿਹੜਾ ਬੰਦਾ ਵੀ ਮੇਰਾ ਆਵਾਜ਼ ਮੇਰੀ ਸੁਣਦਾ ਪਿਆ, ਮੈਂ ਨਾ ਕਿ ਜਦੋਂ ਕੋਈ ਮਾੜਾ ਬੰਦਾ ਤੁਹਾਡੇ ਕੋਲ ਚੱਲ ਕੇ ਆਉਂਦਾ ਨਾ ਜੀ, ਜਦੋਂ ਕੋਈ ਮਜ਼ਲੂਮ ਤੁਹਾਡੇ ਕੋਲ ਚੱਲ ਕੇ ਆਉਂਦਾ ਤੇ ਉਹ ਇਸੇ ਹਿਰਸ ਨਾਲ ਆਉਂਦਾ ਹੈ ਕਿ ਤੁਸੀਂ ਸਾਡਾ ਹੱਕ ਤੇ ਸੱਚ ਤੇ ਫੈਸਲਾ ਕਰੋ। ਤੇ ਮੈਂ ਚਾਹਨਾ ਵਾਂ ਕਿ ਹੱਕ ਤੇ ਸੱਚ ਮੁਨਸਫ ਨੂੰ ਫੈਸਲਾ ਕਰਨਾ ਚਾਹੀਦਾ। ਅੱਗੇ ਸੱਕਾ ਭਰਾ ਵੀ ਹੈ ਨਾ, ਆਪਣੀ ਪਾਰਟੀ ਦਾ ਬੰਦਾ ਵੀ, ਆਪਣੇ ਧੜੇ ਦਾ ਬੰਦਾ ਵੀ ਹੈ, ਫਿਰ ਵੀ ਗੱਲ ਉਹ ਕਰੋ ਜਿਹੜੀ ਹੱਕ ਤੇ ਸੱਚ ਦੀ ਹੈ। ਸਦੀਆਂ ਤੱਕ ਉਹ ਲੋਕ ਹੀ ਜਿੰਦਾ ਰਹੇ ਨੇ, ਉਹਨਾਂ ਲੋਕਾਂ ਨੂੰ ਲੋਕਾਂ ਯਾਦ ਕੀਤਾ ਜਿਨ੍ਹਾਂ ਨੇ ਹੱਕ ਤੇ ਸੱਚ ਤੇ ਮਬਨੀ ਫੈਸਲੇ ਕੀਤੇ। ਬੇਸ਼ੱਕ ਬਿਲਕੁਲ। ਬਾਕੀ ਤੇ ਚੌਰੀ ਲਿਖਣਾ ਕਿਹੜਾ ਔਖਾ ਕੰਮ ਹੈ? ਡੇਰੇ ਤੇ ਜਿਹੜਾ ਮਰਜ਼ੀ ਲੈ ਲੈ, ਮੇਰਾ ਮਤਲਬ ਹੈ ਵੀ ਆਪਣੀ ਪੈਨਸਲ ਨਾਲ ਲਿਖਣਾ, ਹੱਥ ਨਾਲ ਲਿਖਣਾ। ਇਹਨਾਂ ਲੋਕਾਂ ਨੇ ਡੇਰੇਦਾਰੀਆਂ ਦਾ ਨਿਜ਼ਾਮ, ਇਹਨਾਂ ਲੋਕਾਂ ਨੇ ਚੌਧਰੀ ਲਫ਼ਜ਼ ਨੂੰ ਗਾਲ ਬਣਾ ਛੜਿਆ। ਸਾਡੀ ਸਕਾਵਤ ਨੂੰ, ਸਾਡੇ ਬੁੱਢਿਆਂ ਦੇ, ਸਾਡੇ ਵਡੇਰਿਆਂ ਦੇ ਜਿਹੜੇ ਸਾਡੇ ਮੁਨਸਫ ਹੁੰਦੇ ਸਨ, ਉਹਨਾਂ ਦੀ ਇਸ ਮੁਨਸਫੀ ਨੂੰ ਇਹਨਾਂ ਮਿੱਟੀ 'ਚ ਰੋਲ ਦਿੱਤਾ। ਉਹਨੇ ਆਖਿਆ ਬਾਦਸ਼ਾਹਾਂ ਦਾ ਕੰਮ ਸੀ ਅਦਲ ਕਰਨਾ, ਘੱਟੇ ਕੌਡੀਆਂ ਰੇਤ ਰਲਾਣ ਲੱਗ ਪਿਆ। ਵਾਹ ਵਾਹ। ਅਦਲ ਤੇ ਮੁੱਕ ਗਿਆ ਨਾ। ਜਦੋਂ ਅਦਲ ਮੁੱਕ ਜਾਂਦਾ, ਮਜ਼ਲੂਮ ਨੂੰ ਇਨਸਾਫ ਨਹੀਂ ਮਿਲਣਾ। ਜ਼ਾਲਮ, ਉਹ ਜ਼ਾਲਮ ਡਾਢਾ ਪਿੰਡ ਵੀ ਡਾਢਾ, ਡਾਢਾ ਥਾਣੇ ਜਾ ਕੇ ਵੀ ਡਾਢਾ, ਡਾਢਾ ਮੁਨਸਫ ਕੋ ਜਾ ਕੇ ਵੀ ਡਾਢਾ। ਉਹ ਚੁੱਪ ਕਰ।